ਅੱਜ ਮੈਂ ਇੱਕ ਸਪੈਸ਼ਲ ਮੈਸੇਜ ਜਿਹੜਾ ਆ ਉਹ ਤੁਹਾਨੂੰ ਦੇਣਾ ਚਾਹੁੰਦੀ ਆ। ਤੁਸੀਂ ਬਹੁਤ ਸਿਆਣੇ ਆ, ਤੁਸੀਂ ਆਲਰੇਡੀ ਅਵੇਅਰ ਆ, ਪਰ ਜਿੱਦਾਂ ਇੱਦਾਂ ਸਮਝ ਲਓ ਵੀ ਮੇਰੀ ਇੱਕ ਡਿਊਟੀ ਆ ਤੇ ਮੈਂ ਉਹਨੂੰ ਪੂਰਾ ਕਰਨਾ ਆ। ਅਰੇ ਇਸ ਲਈ ਨਹੀਂ ਕਿ ਉਹ ਸਿਚੁਏਸ਼ਨਸ ਬਣ ਰਹੀਆਂ ਆ, ਪਰ ਇਸ ਲਈ ਕਿ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਆ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਪਿਛਲੇ ਕੋਈ 1.5 ਹਫ਼ਤੇ ਤੋਂ ਮੈਂ ਜਦੋਂ ਵੀ ਪ੍ਰਾਰਥਨਾ ਕਰਦੀ ਆ ਤੇ ਉਹਦੇ ਵਿੱਚ ਮੈਨੂੰ ਇਦਾਂ ਇੱਕ ਆਵਾਜ਼ ਦੇ ਵਾਂਗ ਮਹਿਸੂਸ ਹੁੰਦਾ ਆ ਕਿ ਜਾਂ ਇਦਾਂ ਕਹਿ ਲਓ ਆਤਮਾ ਦੇ ਵਿੱਚ ਫੀਲ ਹੁੰਦਾ ਆ ਅਪਕਮਿੰਗ ਡੇਜ਼ ਜਿਹੜਾ ਆਉਣ ਵਾਲਾ ਸਮਾਂ ਆ, ਜਿਹੜੇ ਆਉਣ ਵਾਲੇ ਦਿਨ ਆ, ਅੱਜ ਤੋਂ ਹੀ ਲਾ ਲਓ ਤਾਂ ਜਿਹੜੇ ਆਉਣ ਵਾਲੇ ਦਿਨ ਆ ਉਹ ਬਹੁਤ ਜ਼ਿਆਦਾ ਭਿਆਨਕ ਆ ਤੇ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਖਤਰਨਾਕ ਆ। ਉਹ ਕਿਸ ਤਰੀਕੇ ਦੇ ਨਾਲ ਖਤਰਨਾਕ ਆ ਤੁਸੀਂ ਸੋਚਦੇ ਹੋਵੋਗੇ ਕਿ ਟੈਲੀਵਿਜ਼ਨ ਦੇ ਤੇ ਇੰਟਰਨੈਟ ਦੇ ਅੰਕੜੇ ਦੇਖ ਕੇ ਤਾਂ ਮੈਂ ਉਹਨਾਂ ਦੇ ਲਈ ਜਿਹੜਾ ਆ ਉਹ ਗੈਸ ਲਗਾ ਕੇ ਤਾਂ ਉਹਦੇ ਕਰਕੇ ਲਾਈਵ ਹੋਈ ਆ। ਜੇ ਤੁਹਾਨੂੰ ਇਦਾਂ ਲੱਗਦਾ ਆ, ਤੁਹਾਨੂੰ ਜਿੱਦਾਂ ਚੰਗਾ ਲੱਗਦਾ ਤੁਸੀਂ ਉਦਾਂ ਹੀ ਅੰਡਰਸਟੈਂਡ ਕਰ ਸਕਦੇ ਆ, ਪਰ ਐਕਚੁਅਲ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਸਾਨੂੰ ਵਾਰਨ ਕਰ ਰਿਹਾ ਆ। ਕਿਉਂਕਿ ਬੇਸ਼ੱਕ ਅੱਜ ਮੈਂ ਇਹ ਪੋਸਟ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ, ਪਰ ਐਕਚੁਅਲ ਦੇ ਵਿੱਚ ਜਿਹੜੇ ਮੇਰੇ ਨਾਲ ਪ੍ਰੇਅਰ ਵਾਰੀਅਰਸ ਆ, ਸਾਡਾ ਇੱਕ ਗਰੁੱਪ ਆ ਪ੍ਰਾਰਥਨਾ ਯੋਧਿਆਂ ਦਾ, ਜਿਨ੍ਹਾਂ ਦੀ ਇੱਕ ਪਾਰਟਿਕੂਲਰ ਟਾਈਮਿੰਗ ਆ ਕਿ ਉਸ ਟਾਈਮਿੰਗ ਦੇ ਵਿੱਚ ਚਾਹੇ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਆ ਤੇ ਅਸੀਂ ਬੈਠ ਕੇ ਪ੍ਰਾਰਥਨਾ ਕਰਦੇ ਆ। ਤੇ ਉਹਨਾਂ ਦੇ ਨਾਲ ਆਲਰੇਡੀ ਇਹ ਜਿਹੜਾ ਆ ਇਹ ਸ਼ੇਅਰ ਕਰ ਚੁੱਕੀ ਆ ਮੈਂ ਡੇਢ ਹਫ਼ਤਾ ਪਹਿਲਾਂ ਤੋਂ ਕਿ ਕਿੱਦਾਂ ਦਾ ਜਿਹੜਾ ਸਮਾਂ ਆ ਨਾ ਉਹ ਆਉਣ ਵਾਲਾ ਆ। ਪਰ ਇਦਾਂ ਦੀਆਂ ਚੀਜ਼ਾਂ ਨੂੰ ਬਾਰ-ਬਾਰ ਪੋਸਟ ਕਰੋ ਤਾਂ ਆਲਰੇਡੀ ਸਾਰੀਆਂ ਚੀਜ਼ਾਂ ਜਦੋਂ ਆਪਾਂ ਟੈਲੀਵਿਜ਼ਨ ਦੇਖਦੇ ਆ ਤੇ ਬਹੁਤ ਹੀ ਸਟ੍ਰੈਸ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਆ। ਇੰਟਰਨੈਟ ਖੋਲ੍ਹਦੇ ਆ ਤਾਂ ਵੀ ਆਪਾਂ ਨੂੰ ਜਿਹੜੀਆਂ ਆ ਉਹ ਸਟ੍ਰੈਸ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਸੁਣਨ ਨੂੰ ਮਿਲਦੀਆਂ ਆ, ਰਾਈਟ। ਤਾਂ ਉਹਦਾ ਕਰਕੇ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਨੂੰ ਇਦਾਂ ਦਾ ਕੁਝ ਵੀ ਜਿਹੜਾ ਆ ਉਹ ਪੋਸਟ ਨਹੀਂ ਕਰਨਾ ਚਾਹੀਦਾ। ਪਰ ਜੇ ਤੁਸੀਂ ਦੇਖੋ ਮੇਰੀ ਫੇਸਬੁੱਕ ਤੇ ਜਿਹੜੀ ਮੈਂ ਰਾਤੀ ਮੇਰੇ ਖਿਆਲ ਦੇ ਵਿੱਚ 1 ਵਜੇ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਇੱਕ ਪੋਸਟ ਪਾਈ ਸੀਗੀ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਬੜਾ ਭਿਆਨਕ ਆ ਤੇ ਸਾਨੂੰ ਜਿਹੜਾ ਆ ਪਛਤਾਤਾਪ ਕਰਨਾ ਚਾਹੀਦਾ ਆ। ਔਰ ਸਰਵ ਸ਼ਕਤੀਮਾਨ ਪਰਮੇਸ਼ਵਰ ਹੀ ਸਾਨੂੰ ਉਸ ਭਿਆਨਕ ਸਮੇਂ ਦੇ ਵਿੱਚ ਬਚਾਉਣ ਦੀ ਜਿਹੜੀ ਆ ਉਹ ਤਾਕਤ ਰੱਖਦੇ ਆ। ਤੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਸੱਚਮੁੱਚ ਅਸੀਂ ਪਛਤਾਤਾਪ ਕਰੀਏ। ਸਾਡੀ ਫਰਸਟ ਪ੍ਰੈਫਰੈਂਸ ਜਿਹੜੀ ਆ ਨਾ ਕਿਸੇ ਵੀ ਕੰਮ ਤੋਂ ਪਹਿਲ ਜਿਹਨੂੰ ਅਸੀਂ ਦੇਣੀ ਚਾਹੁੰਦੇ ਆ ਤਾਂ ਸਾਡੀ ਪਹਿਲ ਇਸ ਵੇਲੇ ਜਿਹੜੀ ਆ ਉਹ ਪਛਤਾਤਾਪ ਦੀ ਹੋਣੀ ਚਾਹੀਦੀ ਕਿ ਜੋ ਕੁਝ ਵੀ ਪਿੱਛੇ ਅਸੀਂ ਕੀਤਾ ਆ ਤਾਂ ਉਹਦੇ ਲਈ ਪਛਤਾਤਾਪ ਕਰੋ। ਮਤਲਬ ਜੋ ਕੁਝ ਅਸੀਂ ਗਲਤ ਕੀਤਾ ਆ, ਜੋ ਵੀ ਅਸੀਂ ਚਾਹੇ ਕਿਸੇ ਲਈ ਗਲਤ ਸੋਚਿਆ ਆ, ਚਾਹੇ ਅਸੀਂ ਕਿਸੇ ਲਈ ਗਲਤ ਬੋਲਿਆ ਆ, ਜਾਂ ਕੋਈ ਸਾਡੇ ਕਰਕੇ ਨਾਰਾਜ਼ ਹੋ ਗਿਆ ਆ, ਤਾਂ ਇਸ ਵੇਲੇ ਸਾਨੂੰ ਪਛਤਾਤਾਪ ਕਰਨ ਦੀ ਜ਼ਰੂਰਤ ਹੈ। ਆਪਣੀਆਂ ਗਲਤੀਆਂ ਦੇ ਉੱਤੇ ਪਛਤਾਤਾਪ ਕਰਨ ਦੇ ਲਈ ਔਰ ਪਰਮੇਸ਼ਵਰ ਦੇ ਅੱਗੇ ਉਹਨਾਂ ਗਲਤੀਆਂ ਦਾ ਪਛਤਾਤਾਪ ਕਰੋ ਔਰ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜਿਹੜਾ ਤੁਹਾਡੇ ਨਾਲ ਗੁੱਸੇ ਆ, ਕੋਸ਼ਿਸ਼ ਕਰੋ ਉਹਨੂੰ ਮਨਾਉਣ ਦੀ, ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਉਹਨੂੰ ਫੋਨ ਕਰੋ, ਤੁਸੀਂ ਉਹਨੂੰ WhatsApp ਕਰੋ, ਤੁਸੀਂ ਉਹਨੂੰ ਈਮੇਲ ਕਰੋ, ਤੁਸੀਂ ਉਹਨੂੰ ਚਿੱਠੀ ਲਿਖੋ, ਕੁਝ ਵੀ ਕਰੋ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹਦੇ ਨਾਲ ਜਿਹੜਾ ਆ ਉਹ ਆਪਣਾ ਰਾਬਤਾ ਜਿਹੜਾ ਆ ਉਹ ਕਾਇਮ ਕਰ ਸਕੋ। ਅਗਰ ਸੱਚਮੁੱਚ ਉਹ ਜਿਹੜਾ ਆ ਉਹ ਇਨਸਾਨ ਸਹੀ ਇਨਸਾਨ ਆ ਔਰ ਤੁਹਾਨੂੰ ਉਹ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਮੋਟੀਵੇਟ ਕਰਦਾ ਆ ਔਰ ਸੱਚਮੁੱਚ ਤੁਹਾਡੀ ਜ਼ਿੰਦਗੀ 'ਚ ਅਗਰ ਉਹਦੀ ਜ਼ਰੂਰਤ ਆ, ਜ਼ਰੂਰਤ ਦਾ ਮਤਲਬ ਇਹ ਨਹੀਂ ਕਿ ਪੈਸੇ ਦੀ ਜ਼ਰੂਰਤ ਜਾਂ ਕੋਈ ਦੁਨਿਆਵੀ ਤੌਰ ਤੇ ਜ਼ਰੂਰਤ। ਕਈ ਵਾਰੀ ਕੁਝ ਇਨਸਾਨ ਇਹੋ ਜਿਹੇ ਹੁੰਦੇ ਸਾਡੀ ਲਾਈਫ ਦੇ ਵਿੱਚ ਜਿਹੜੇ ਸਾਨੂੰ ਸਾਡੀਆਂ ਗਲਤੀਆਂ ਤੋਂ ਵਰਜਦੇ ਆ। ਹਰ ਕੋਈ ਸਾਨੂੰ ਸਾਡੀਆਂ ਗਲਤੀਆਂ ਤੋਂ ਨਹੀਂ ਵਰਜਦਾ। ਬਹੁਤ ਸਾਰੇ ਲੋਕ ਸਾਨੂੰ ਖਾਣ ਦੇ ਮਾਰੇ ਸਾਡੀ ਕਿਸੇ ਵੀ ਗਲਤੀ ਨੂੰ ਨਹੀਂ ਟੋਕਦੇ ਤੇ ਉਹ, ਪਰ ਸਾਨੂੰ ਇਸ ਵੇਲੇ
ਉਹੋ ਜਿਹੇ ਫਰੈਂਡਸ ਦੀ, ਉਹੋ ਜਿਹੇ ਭੈਣਾਂ ਭਰਾਵਾਂ ਦੀ ਜ਼ਰੂਰਤ ਆ ਜਿਹੜੇ ਸਾਡੀ ਗਲਤੀ ਨੂੰ ਗਲਤ ਕਹਿਣ ਔਰ ਸਾਡੇ ਸਹੀ ਨੂੰ ਸਹੀ ਕਹਿਣ, ਸਾਡੇ ਸਹੀ ਦੇ ਵਿੱਚ ਉਹ ਸਟੈਂਡ ਕਰਨ ਪਰ ਸਾਡੀ ਗਲਤੀ ਦੇ ਵਿੱਚ ਉਹ ਕਹਿਣ ਕਿ ਮੈਂ ਤੇਰੇ ਨਾਲ ਨਹੀਂ ਆ। ਜਿਹੜਾ ਬੰਦਾ ਤੁਹਾਡੇ ਗਲਤ ਕੰਮ ਦੇ ਵਿੱਚ ਐਗਰੀ ਨਹੀਂ ਕਰਦਾ ਉਹਨੂੰ ਆਪਣੇ ਨਾਲੋਂ ਕਦੀ ਵੀ ਵੱਖਰਾ ਨਾ ਕਰੋ। ਤੁਸੀਂ ਕਿ ਕੁਝ ਸਮੇਂ ਦੇ ਲਈ ਤੁਹਾਨੂੰ ਲੱਗ ਸਕਦਾ ਆ ਕਿ ਮੇਰੇ ਨਾਲ ਜਿਹੜਾ ਆ ਇਹ ਤੇ ਐਗਰੀ ਨਹੀਂ ਕਰਦਾ, ਇਹ ਮੇਰੇ ਕਿਸੇ ਉਸ ਗੱਲ ਦੇ ਵਿੱਚ ਸਹਿਮਤੀ ਨਹੀਂ ਪਾ ਰਿਹਾ ਜੋ ਤੁਸੀਂ ਕਰਨਾ ਚਾਹੁੰਦੇ, ਪਰ ਤੁਸੀਂ ਜਾਣਦੇ ਹੋਵੋ ਕਿ ਉਹ ਕੰਮ ਗਲਤ ਆ ਜਿਹੜਾ ਤੁਸੀਂ ਕਰਨ ਬਾਰੇ ਸੋਚ ਰਹੇ ਆ। ਤਾਂ ਅਗਰ ਉਹ ਤੁਹਾਡੇ ਨਾਲ ਐਗਰੀ ਨਹੀਂ ਕਰਦਾ ਤਾਂ ਪਲੀਜ਼ ਉਹਨੂੰ ਕਦੀ ਆਪਣੀ ਲਾਈਫ ਦੇ ਵਿੱਚ ਵੱਖਰਾ ਨਾ ਕਰੋ। ਐਕਚੁਅਲ ਦੇ ਵਿੱਚ ਉਹੀ ਤੁਹਾਡਾ ਜਿਹੜਾ ਆ ਨਾ ਉਹ ਸਹੀ ਮਿੱਤਰ ਆ। ਔਰ ਦੂਜੀ ਚੀਜ਼ ਮੈਂ ਤੁਹਾਨੂੰ ਨਾ ਜੇ ਆਪਾਂ ਸੋਚੀਏ ਕਿ ਪ੍ਰੂਵ ਕਰਾਉਣ ਦੀ ਕੋਸ਼ਿਸ਼ ਕਰਾਂ ਤਾਂ ਮੇਰੇ ਖਿਆਲ ਮੈਨੂੰ ਪ੍ਰੂਵ ਕੁਝ ਵੀ ਕਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹਨੇ ਯਕੀਨ ਕਰਨਾ ਆ ਉਹਨੇ ਆਤਮਾ ਦੀ ਅਗਵਾਈ ਦੇ ਨਾਲ ਯਕੀਨ ਕਰ ਲੈਣਾ, ਪਰ ਜਿਹਨੇ ਨਹੀਂ ਕਰਨਾ ਨਾ ਉਹਨੂੰ ਜੇ ਤੁਸੀਂ ਪ੍ਰੂਫ ਵੀ ਦੇ ਦਿਓ ਉਹਨੇ ਯਕੀਨ ਕਰਨਾ ਹੀ ਨਹੀਂ, ਸਿੱਧੀ ਗੱਲ, ਠੀਕ ਹੈ। ਤਾਂ ਪਰਮੇਸ਼ਵਰ ਦੇ ਆਤਮਾ ਨੇ ਲਾਸਟ ਵੀਕ ਜਿਹੜਾ ਪਿੱਛੇ ਹਫਤਾ ਲੰਘ ਗਿਆ ਤੇ ਉਹਦੇ ਸਟਾਰਟਿੰਗ ਦੇ ਵਿੱਚ ਹੀ ਮੈਨੂੰ ਦੱਸਿਆ ਸੀਗਾ। ਇੱਕ ਦਿਨ ਮੈਂ ਅਰਲੀ ਮਾਰਨਿੰਗ ਉੱਠੀ ਔਰ ਉੱਠਦਿਆਂ ਹੀ ਜਿਹੜਾ ਹੈ ਨਾ ਉਹ 2-3 ਸ਼ਬਦ ਜਿਹੜੇ ਆ ਉਹ ਮੈਨੂੰ ਮਿਲੇ। ਭਿਆਨਕ ਸ਼ਬਦ ਸੀਗੇ। ਉਹ ਕੀ ਸ਼ਬਦ ਸੀਗੇ? ਸ਼ਬਦ ਮਿਲੇ ਦਾ ਮਤਲਬ ਇਹ ਨਹੀਂ ਕਿ ਕੋਈ ਮੰਤਰ ਮਿਲ ਗਿਆ ਜਾਂ ਕੁਝ। ਸ਼ਬਦ ਮਿਲੇ ਦਾ ਮਤਲਬ ਕਿ ਮੈਂ ਉੱਠੀ ਤੇ ਫਰਸਟ ਥਾਟ ਜਿਹੜਾ ਮੇਰੇ ਮਾਈਂਡ ਦੇ ਵਿੱਚ ਸੀਗਾ ਉਹ ਕੀ ਸੀਗਾ ਕਿ ਵੱਡੇ ਵੱਡੇ ਜਿਹੜੇ ਆ ਲੀਡਰਸ ਲਾਈਕ ਜਿਹੜੇ ਲੀਡ ਕਰਦੇ ਆ ਯੂ نو ਕਿਸੇ ਗਵਰਨਮੈਂਟ ਨੂੰ ਲੀਡ ਕਰਦੇ ਹੋ ਸਕਦੇ ਆ, ਕਿਸੇ ਸੰਸਥਾ ਨੂੰ ਲੀਡ ਕਰਦੇ ਹੋ, ਕਿਸੇ ਵੀ ਤਰੀਕੇ ਦੇ ਨਾਲ ਲੀਡਰਸ ਯੂ نو ਆਗੂ ਤਾਂ ਉਹ ਲੋਕ ਜਿਹੜੇ ਆ ਨਾ ਉਹ ਕਰੋਨਾ ਦੀ ਚਪੇਟ ਦੇ ਵਿੱਚ ਆਉਣਗੇ। ਐਂਡ ਸੈਕੰਡ ਸੀਗਾ ਕਿ ਸੁਸਾਈਡ ਰੇਟਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜੂਗੀ। ਯਾਰ ਇਹ ਜਿੱਦਣ ਤੁਸੀਂ ਸਾਰਿਆਂ ਨੇ ਇੱਕ ਖਬਰ ਸੁਣੀ ਹੋਊਗੀ ਕਿ ਇੱਕ ਲੜਕੀ ਨੇ ਜਿਹੜਾ ਆ ਉਹ ਸਮਾਰਟਫੋਨ ਦਾ ਕਰਕੇ ਜਿਹੜਾ ਸੁਸਾਈਡ ਕਮਿਟ ਕੀਤਾ ਸੀਗਾ। ਇਹ ਉਸ ਤੋਂ 2-3 ਦਿਨ ਪਹਿਲਾਂ ਦੀ ਗੱਲ ਆ ਜਦੋਂ ਇਹ ਵਰਡ ਜਿਹੜਾ ਆ ਨਾ ਇਹ ਮੇਰੇ ਮਾਈਂਡ ਦੇ ਵਿੱਚ ਥਾਟ ਜਿਹੜਾ ਆਇਆ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਉਹ ਇਦਾਂ ਹੋਊਗਾ ਕਿ ਸੁਸਾਈਡ ਦੀ ਜਿਹੜੀ ਆ ਨਾ ਰੇਟਿੰਗ ਬਹੁਤ ਜ਼ਿਆਦਾ ਵੱਧ ਜਾਣੀ ਆ। ਔਰ ਥਰਡ ਜਿਹੜੀ ਸੀਗੀ ਉਹ ਚੀਜ਼ ਕੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਸਮਾਂ ਇਹ ਨਹੀਂ ਹੈਗਾ ਕਿ 4 ਸਾਲਾਂ ਨੂੰ 5 ਸਾਲਾਂ ਨੂੰ ਨੋ ਨੈਕਸਟ ਘੰਟਾ ਵੀ ਜਿਹੜਾ ਹੈ ਨਾ ਉਹ ਆਉਣ ਵਾਲਾ ਸਮਾਂ ਹੈ। ਨੈਕਸਟ ਮਿੰਟ ਜਿਹੜਾ ਹੈ ਨਾ ਉਹ ਵੀ ਆਉਣ ਵਾਲਾ ਸਮਾਂ, ਨੈਕਸਟ ਦਿਨ ਜਿਹੜਾ ਹੈ ਨੈਕਸਟ ਡੇ ਉਹ ਵੀ ਆਉਣ ਵਾਲਾ ਸਮਾਂ ਆ। ਤਾਂ ਮਤਲਬ ਉਹ ਸਮਾਂ ਜਿਹੜਾ ਆਉਣਾ ਆ ਹੁਣ, ਠੀਕ ਹੈ, ਜਿਹੜਾ ਇਸ ਪਲ ਤੋਂ ਬਾਅਦ ਚ ਸਟਾਰਟ ਹੋ ਰਿਹਾ ਤੇ ਉਹਦੇ ਬਾਰੇ ਦੇ ਵਿੱਚ ਆ, ਠੀਕ ਹੈ। ਤਾਂ ਉਹ ਜਿਹੜਾ ਨੈਕਸਟ ਟਾਈਮ ਆ ਉਹ ਵੈਰੀ ਡੇਂਜਰਸ ਟਾਈਮ ਆ। ਥਰਡ ਚੀਜ਼ ਫਸਟ ਸੀਗੀ ਕਿ ਜਿਹੜੇ ਲੀਡਰਸ ਟਾਈਪ ਜਿਹੜੇ ਲੋਕ ਆ ਉਹਨਾਂ ਨੂੰ ਉਹ ਕਰੋਨਾ ਦੀ ਚਪੇਟ ਦੇ ਵਿੱਚ ਆਉਣਗੇ। ਤਾਂ ਮਤਲਬ ਇੰਨਾ ਫੈਲਿਆ ਹੋਇਆ ਤਾਂ ਈਜ਼ੀਲੀ ਉਹ ਆ ਸਕਦੇ ਕਿਉਂਕਿ ਉਹ ਵਿਜ਼ਿਟ ਕਰਦੇ ਆ ਕੁਝ ਵੀ, ਪਰ ਸਾਨੂੰ ਉਹਨਾਂ ਲਈ ਪ੍ਰੇਅਰ ਕਰਨੀ ਚਾਹੀਦੀ ਆ ਕਿਉਂਕਿ ਜੇ ਜਿਹੜੇ ਮੇਨ ਲੋਕੀ ਆ ਜੇ ਉਹਦੀ ਚਪੇਟ ਦੇ ਵਿੱਚ ਆ ਜਾਣਗੇ ਤਾਂ ਫਿਰ ਡਿਸੀਜ਼ਨ ਜਿਹੜੇ ਆ ਉਹ ਦੇਸ਼ ਦੇ ਲਈ ਲੈਣੇ ਬਹੁਤ ਔਖੇ ਹੋ ਜਾਣਗੇ ਤੇ ਉਹ ਡਿਸੀਜ਼ਨ ਜਿਹੜੇ ਦੇਸ਼ ਦੇ ਲਈ ਸਹੀ ਨਾ ਲਏ ਜਾਣਗੇ ਤੇ ਉਹ ਕਿਤੇ ਨਾ ਕਿਤੇ ਅਸੀਂ ਵੀ ਤੇ ਉਹਦੇ ਵਿੱਚ ਜਿਹੜੇ ਆ ਨਾ ਉਹਦੇ ਪ੍ਰਭਾਵ ਦੇ ਵਿੱਚ ਅਸੀਂ ਵੀ ਆਉਂਦੇ ਆ। ਤੇ ਇਸ ਲਈ ਸਾਨੂੰ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਿ ਤੁਸੀਂ ਹਾਕਮਾਂ ਦੇ ਲਈ, ਪਾਤਸ਼ਾਹਾਂ ਦੇ ਲਈ ਤੇ ਮਾਤਬਰ ਅਹੁਦੇਦਾਰ ਲੋਕਾਂ ਦੇ ਲਈ ਜਿਹੜਾ ਆ ਗੰਭੀਰਤਾਈ ਦੇ ਨਾਲ ਪ੍ਰਾਰਥਨਾਵਾਂ ਕਰੋ। ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ। ਔਰ ਸੈਕੰਡ ਥਿੰਗ ਜਿਹੜੀ ਸੀਗੀ ਉਹ ਸੀਗੀ ਕਿ ਸੁਸਾਈਡ ਦੀ ਰੇਟਿੰਗ ਜਿਹੜੀ ਆ ਬਹੁਤ ਵੱਧ ਜੂਗੀ। ਔਰ ਨੈਕਸਟ ਈਅਰ ਜਿਹੜਾ ਆ ਨਾ ਉਹ ਤਾਂ ਮਤਲਬ ਯੂ نو ਐਵਰੀ ਡੇ ਤੁਸੀਂ ਜਿਹੜਾ ਹੈ ਨਾ ਅਜੀਬ ਗੱਲਾਂ ਸੁਣੋਗੇ ਕਿ ਹੈ ਫਲਾਣੇ ਨੇ ਸੁਸਾਈਡ ਕਰ ਲਿਆ, ਇਦਾਂ ਹੋ ਗਿਆ, ਟਮਕਾਨੇ ਨੇ ਕਰ ਲਿਆ। ਤਾਂ ਮਤਲਬ ਇਸ ਤਰੀਕੇ ਦੇ ਨਾਲ ਪਰ ਉਹ ਸਟਾਰਟ ਹੋ ਜਾਏਗਾ ਇਸੇ ਸਾਲ ਦੇ ਵਿੱਚ ਤੇ ਨੈਕਸਟ ਈਅਰ ਉਹ ਮਤਲਬ ਪੀਕ ਤੇ ਹੋ ਜਾਏਗਾ ਡਿਪਰੈਸ਼ਨ ਦਾ ਲੈਵਲ ਜਿਹੜਾ ਆ। ਔਰ ਥਰਡ ਚੀਜ਼ ਜਿਹੜੀ ਆ ਉਹ ਇੰਨੀ ਖਰਾਬ ਆ ਕਿ ਵਿਭਚਾਰ ਆ ਉਹ ਬਹੁਤ ਜ਼ਿਆਦਾ ਵੱਧ ਜਾਊਗਾ, ਬਹੁਤ ਜ਼ਿਆਦਾ ਵੱਧ ਜਾਊਗਾ। ਭਾਵੇਂ ਲੋਕਡਾਊਨ ਆ ਉਹ ਘਰਾਂ ਦੇ ਵਿੱਚ ਹੀ ਬਹੁਤ ਵੱਧ ਜਾਊਗਾ। ਜਿਹੜੀਆਂ ਭੈਣਾਂ ਆ ਨਾ ਉਹ ਭਰਾਵਾਂ ਤੋਂ ਸੁਰੱਖਿਅਤ ਫੀਲ ਨਹੀਂ ਕਰਨਗੀਆਂ। ਅਰੇ ਜੁਆਇੰਟ ਫੈਮਲੀਜ਼ ਦੇ ਵਿੱਚ ਲੇਡੀਜ਼ ਜਿਹੜੀਆਂ ਆ ਉਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਨਹੀਂ ਕਰਨਗੀਆਂ।
मैं इदां नहीं कि लेडीज़ के फेवर दे विच नहीं मैं बोलती, पर मैं ये गल कहनी कि जिहड़ा व्यभिचार आ ना वो बहुत ज़्यादा वधण वाला, बहुत ज़्यादा वधन लगा। मतलब हुण वो टाइम आ गया जो रिश्ते तार तार हो जाएंगे, रिश्ते तार तार हो जाएंगे। अज मेरा यह मैसेज पोस्ट करन दा जिहड़ा मकसद है ना वो ये आ कि सानू इस वेले अपने मनां दी ते अपनियां सोचां दी जिहड़ी आ वो राखी करन दी जरूरत है। सानू जरूरत है कि असी अपने मन की राखी करिए, असी अपनियां सोचां की राखी करिए। कि देखो एक ना बड़ा वड्डा हथियार है वैरी दा, और उस हथियार का नाम है गुस्सा। जिहड़ा गुस्सा आ जदों वो मनुख नूं आ जांदा आ ते अकल उदों ही खत्म हो जाती है। जदों गुस्सा दिमाग दे विच आ जांदा है ना ते मनुख दी सोच उदों मतलब उड़ जाती है, उदों दी समझ जिहड़ी वो रहिंदी नहीं। ते जदों समझ ही नहीं रहेगी तो समझदारां वाला फैसला नहीं लै सकूगा। उस वेले जे इस इंसान दे कोल समझ नहीं होएगी वो कोई भी चंगा डिसीजन नहीं लै सकदा। इसलिए सानू ना बहुत ज़्यादा जरूरी आ कि जद गुस्सा जदों तुहानू आउण लगदा ना गुस्सा, बस उस थां तो खिसक जाओ, उस सिचुएशन चों बाहर आ जाओ, उस गलबात नूं उत्थे ही बंद कर दो, उस चीज़ नूं उत्थे ही खत्म कर दो। जिहड़ी भी चीज़ तुहानू गुस्से वाल नूं लैके जांदी है, जिस चीज़ वाल देख के तुहानू गुस्सा आउंदा है, जिस परसन वाल तुहानू देख के गुस्सा आउंदा है ना, तो कुछ देर लई बेशक उस परसन दे नालों वखरे हो जाओ, कुछ देर लई उहदे नालों वखरे हो जाओ। क्योंकि इस वेले वैरी गुस्से नूं एडा जबरदस्त हथियार बना के वरतन जा रहा है यार, वरत रहा है कि इंसान की समझ जिहड़ी वो खत्म हो जाती। इन्ना गुस्सा आउंदा इंसान नूं कि उन्होंने जीना ही जिहड़ा है ना, जीना उही भुल जाता कि मैं जीना है, ये जीवन कितना कीमती आ। तो इन्ना गुस्सा कि बंदा रेल गड्डी दे हेठां जाके आ गया, इन्ना गुस्सा कि उन्हें जहर पी लिया, इन्ना गुस्सा कि उन्हें फाहा ला लिया। आपां हुण कल जिहड़ी आ उस सुशांत दी खबर आपां सारियां ने देखी आ, वीडियो तो रियली सैड, बट उन्हें इदां कीता। जिहड़ा सुसाइड कर लेंदा ना, सुसाइड कर लेना जिहड़ा आ वो सिचुएशन दा हल नहीं हुंदा, वो समस्या दा खत्म होना नहीं हुंदा। समस्या ते हरी आ। उसे तरह तुसी अपने आप नूं खत्म कर लिया तो मतलब तुसी हार गए, तुसी हार मान ली। हारना नहीं आ, जिंदगी तो हारो ना। हो सकदा अज तुहाडे कोल खाण नूं ना होवे, कल नूं भी तुहाडे कोल ना होवे, पर इस करके कि साडे कोल खाण नूं है नहीं तो शायद सानू परसों भी नहीं मिलना, तो तुसी हथियार सिੱਟ दवो नहीं। तुसी जीण दी आशा दे जोर दे नाल, जीण दी आस दी एनर्जी दे नाल जीवो कि मैं जीवांगा, मेरा जिहड़ी अज दी सिचुएशन है ना वो कल नूं नहीं होएगी। इस फेथ दे नाल, इस होप दे नाल और परमेश्वर दे उत्ते भरोसा रख के जीवो, और तुसी जरूर अपनी सिचुएशनस दे उत्ते फतेह पा लोगे। कोई तुहानू दुख दे रहा है और तुसी अपने आप नूं फिनिश कर रहे हैं, किन्नी क अकल वाला काम है ये? बिल्कुल भी अकल वाला काम नहीं हैगा। मतलब तुसी अपने आप नूं खत्म करके तुसी ओहदा की बिगाड़ लिया जिहड़ा तुहानू दुख दिंदा सी? ओनू तां कोई मतलब वो तो खुश होएगा ना जिहड़ा ऑलरेडी तुहानू दुख दे रहा सी, ते तुसी ओहदे राह दे विचों निकल गए, तो मतलब तुसी ओनू खुशी दे दित्ती, बजाए इहदे कि तुसी खुद भी खुश हुंदे। तो कितना चंगा हुंदा कि तुसी ओनू जिहड़ा है क्विट कर जाओ, तुसी ओनू छड्ड दो, तुसी ओनू ना बुलाओ। जिहड़ा तुहाडे तो खुश नहीं आ तुसी उहदे नाल बेशक बोलना बंद कर दो, पर अपनी जिंदगी दी जंग नूं ना हारो। एक बड़ा फेमस सॉन्ग सीगा पुराने समयां दे विच, जिंदगी हर कदम एक नई जंग है, जीत जाएंगे हम तू अगर संग है। शायद मेरी जंग मूवी दा जदों मेरे ख्याल मूवी आई सी उदों मेरा बर्थ होया सीगा। ਤਾਂ ਮੇਰੇ ਪਾਪਾ ਦੱਸਦੇ ਹੁੰਦੇ ਕਿ ਅਸੀਂ ਫਸਟ ਮੂਵੀ ਜਿਹੜੀ ਆ ਥੀਏਟਰ ਦੇ ਵਿੱਚ ਇਹ ਦੇਖੀ ਸੀਗੀ। ਦੈਟਸ ਵਾਈ ਮੈਨੂੰ ਯਾਦ ਆ ਕਿ ਪਾਪਾ ਨੇ ਇਹ ਮੂਵੀ ਜਿਹੜੀ ਆ ਉਹ ਦੇਖੀ ਸੀਗੀ, ਔਰ ਉਹ ਇਹ ਸੌਂਗ ਜਿਹੜਾ ਆ ਉਹ ਬੜਾ ਪਲੇ ਹੁੰਦਾ ਸੀ ਉਸ ਟਾਈਮ ਦੇ ਵਿੱਚ, ਬੱਸਾਂ ਦੇ ਵਿੱਚ, ਗੱਡੀਆਂ ਦੇ ਵਿੱਚ। ਤਾਂ ਮਤਲਬ ਅੱਛਾ ਸੌਂਗ ਸੀਗਾ ਜਿਹਦੀ ਅੱਛੀ ਸੈਂਸ ਨਿਕਲਦੀ ਸੀਗੀ। ਤਾਂ ਇਹ ਜਿਹੜੀ ਜ਼ਿੰਦਗੀ ਆ ਨਾ ਇੱਕ ਜੰਗ ਆ, हर कदम ते एक नवी जंग है, हर कदम ते एक नवी जंग है। पर असी जितना आ, इनू असी हारना नहीं आ।
ਉਹ ਮੈਨੂੰ ਨਹੀਂ ਪਤਾ ਕਿ ਉਹ ਜਿਹੜਾ ਹੀਰੋ ਹੋਊਗਾ ਉਹ ਕਿਹਨੂੰ ਕਹਿ ਰਿਹਾ ਕਿ जीत जाएंगे हम तू अगर संग है, पर मैं ये कहनी कि जीत जाएंगे हम अगर परमेश्वर संग है, अगर यीशु हमारे संग है, अगर सर्वशक्तिमान परमेश्वर साडे संग है, तो असीं इस जंग नूं जिहड़ा है ना वो जित जावांगे और जरूर जितांगे। असीं इस जंग नूं हारांगे नहीं और असीं ये लड़ाई लड़नी है। इसलिए मैं तुहानूं कहंदी कि गुस्से तो बचो। गुस्सा तुहानूं बिल्कुल गुस्से दे विच तुसीं किसे नूं कुੱਟ दिंदे आ, गुस्से च तुसीं किसे नूं गाल कढ दिंदे आ, गुस्से च तुसीं भांडे भन्न दिंदे आ। तुहानूं पता गुस्सा जिहड़ा आ इंसान नूं इन्ना कमला कर दिंदा कि गुस्से दे विच जदों इंसान हुंदा ना, ਉਹ खिच के बूहे च ਲੱਤ मारदा है, कुर्सियां नूं ਚੱਕ के मारदा है, भांडिਆਂ नूं ਚੱਕ के मारदा। उस वेले ਉਹਨੂੰ लगदा जिद्दां ਜਿਹੜੀ ਉਹਨੇ ਬੂਹੇ ਚ ਲੱਤ ਮਾਰੀ, ਜਿੱਦਾਂ ਬੂਹੇ ਨੂੰ ਬਹੁਤ ਪੀੜ ਹੋਈ ਹੋਊਗੀ। ਬੂਹੇ ਨੂੰ ਕੀ ਫੀਲਿੰਗ ਆਈ ਹੋਊਗੀ? ਇੱਕ ਦਰਵਾਜ਼ਾ ਆ, ਉਹਨੂੰ ਕੀ ਫੀਲਿੰਗ ਆਈ ਹੋਊਗੀ? ਤੁਹਾਡੀ ਲੱਤ ਵੱਜੀ, ਕੋਈ ਫੀਲਿੰਗ ਨਹੀਂ। ਤੁਸੀਂ ਕੁਰਸੀ ਨੂੰ ਚੱਕ ਕੇ ਮਾਰਿਆ, ਕੁਰਸੀ ਹੋ ਸਕਦਾ ਉਹਦੀ ਬਾਈ ਟੁੱਟ ਜਾਵੇ, ਕੁਰਸੀ ਦੀ ਲੱਕੜ ਟੁੱਟ ਜਾਵੇ ਜਾਂ ਕੁਝ ਵੀ ਨੁਕਸਾਨ ਹੋ ਜਾਵੇ, ਪਰ ਕੁਰਸੀ ਨੂੰ ਕੀ ਪੇਨ ਹੋਈ? ਨੁਕਸਾਨ ਤੁਸੀਂ ਕਿਹਦਾ ਕੀਤਾ? ਖੁਦ ਦਾ ਕੀਤਾ। ਆਪਣੀ ਅਕਲ ਨੂੰ ਗਵਾਇਆ, ਆਪਣੇ ਸਮੇਂ ਦੀ ਬਰਬਾਦੀ ਕੀਤੀ, ਆਪਣੇ ਸਾਰੇ ਇਮੋਸ਼ਨਸ ਨੂੰ, ਕਿੰਨੇ ਤੁਸੀਂ ਨੈਗੇਟਿਵ ਕੈਮੀਕਲਸ ਆਪਣੀ ਬਾਡੀ ਦੇ ਵਿੱਚ ਜਿਹੜੇ ਆ ਨਾ ਉਹਨਾਂ ਨੂੰ ਰਿਲੀਜ਼ ਕੀਤਾ। ਇਨਸਾਨ ਸਾਰਾ ਦਿਨ ਕੰਮ ਕਰਕੇ ਉਹਨਾਂ ਨਹੀਂ ਥੱਕਦਾ ਜਿੰਨਾ ਨਾ ਥੋੜੇ ਜਿਹੇ ਗੁੱਸੇ ਦੇ ਵਿੱਚ ਜਦੋਂ ਆ ਜਾਂਦਾ ਆ, ਤੇ ਜਿੰਨਾ ਉਹਦਾ ਸਰੀਰ ਉਦੋਂ ਥੱਕ ਜਾਂਦਾ ਨਾ ਗੁੱਸੇ ਦੇ ਵਿੱਚ। ਮੇਰੇ ਖਿਆਲ 'ਚ ਜੇ ਉਹ 10 ਘੰਟੇ ਕੰਮ ਕਰੇ ਇਨਸਾਨ ਉਹਨਾਂ ਨਹੀਂ ਥੱਕਦਾ ਜੇ ਉਹ 10 ਮਿੰਟ ਗੁੱਸੇ ਦੇ ਵਿੱਚ ਰਹਿ ਜਾਵੇ ਜਿੰਨਾ ਉਹ ਥੱਕ ਜਾਂਦਾ, ਜਿੰਨੀ ਉਹਦੀ ਬਾਡੀ ਟਾਇਰਡ ਹੋ ਜਾਂਦੀ। ਸਾਰੀ એનર્ਜੀ ਜਿਹੜਾ ਗੁੱਸਾ ਹੈ ਉਹ ਸੱਕ ਕਰ ਲੈਂਦਾ, ਚੂਸ ਲੈਂਦਾ ਸਾਰੀ એનર્ਜੀ ਨੂੰ। ਤਾਂ ਗੁੱਸੇ ਤੋਂ ਬਚੋ। ਜੇ ਤੁਹਾਨੂੰ ਕਿਸੇ ਨੇ ਗਾਲ ਕੱਢੀ ਨਾ, ਤੁਸੀਂ ਮਹਾਨ ਆ ਜੇ ਤੁਸੀਂ ਉਸ ਗਾਲ ਦਾ ਜਵਾਬ ਨਹੀਂ ਦਿੱਤਾ। ਜੇ ਤੁਹਾਨੂੰ ਕਿਸੇ ਨੇ ਕਿਹਾ ਨਾ ਤੂੰ ਮਕਾਰ ਆ, ਤੂੰ ਝੂਠਾ ਆ, ਤੂੰ ਫਰੇਬੀ ਆ, ਤੂੰ ਚੰਗਾ ਨਹੀਂ ਆ, ਤੂੰ ਮਾੜਾ ਆ, ਤੂੰ ਖਰਾਬ ਇਨਸਾਨ ਆ, ਤੂੰ ਬੁਰਾ ਇਨਸਾਨ ਆ, ਤੇ ਮਤਲਬ ਜੇ ਤੁਸੀਂ ਰਿਪਲਾਈ ਨਹੀਂ ਕੀਤੀ ਤਾਂ ਮਤਲਬ ਤੁਸੀਂ ਇਸ ਧਰਤੀ ਤੇ ਸਭ ਤੋਂ ਮਹਾਨ ਹੋ। ਅਰੇ ਫਿਰ ਉਹਦੀ ਰਿਪਲਾਈ ਨਾ ਕਰਕੇ ਇੰਨਾ ਹੀ ਨਹੀਂ ਕਿ ਤੁਸੀਂ ਇੰਨਾ ਹੀ ਕਰਕੇ ਮਹਾਨ ਨਹੀਂ ਬਣ ਗਏ, ਮਤਲਬ ਇਹ ਨਹੀਂ ਕਿ ਤੁਸੀਂ ਉਦੋਂ ਮੂੰਹ ਨਾਲ ਰਿਪਲਾਈ ਨਹੀਂ ਕੀਤੀ ਪਰ ਤੁਸੀਂ ਅੰਦਰੋਂ ਅੰਦਰ ਰਿੱਝੀ ਜਾਂਦੇ ਆ, ਤਾਂ ਫਿਰ ਤੁਸੀਂ ਉਹਦਾ ਕੀ ਨੁਕਸਾਨ ਕਰ ਰਹੇ। ਪਰ ਜੇ ਉਹਨੇ ਤੁਹਾਨੂੰ ਕਹਿ ਦਿੱਤਾ, ਹਾਂ ਜੇ ਅਗਰ ਉਹਨੇ ਤੁਹਾਨੂੰ ਸੱਚਾ ਕਿਹਾ ਤਾਂ ਸੁਧਰਨ ਦੀ ਕੋਸ਼ਿਸ਼ ਕਰੋ, ਪਰ ਜੇ ਉਹਨੇ ਤੁਹਾਨੂੰ ਝੂਠਾ ਕਿਹਾ ਤਾਂ ਉਹਨੂੰ FM ਰੇਡੀਓ ਸਮਝ ਕੇ ਨਾ, ਰੇਡੀਓ ਮਿਰਚੀ ਸਮਝ ਕੇ, ਤਾਂ ਮਤਲਬ ਕਿ ਉਹ ਇੱਕ ਐਂਟਰਟੇਨਮੈਂਟ ਦਾ ਪ੍ਰੋਗਰਾਮ ਆਇਆ ਸੀ ਤੇ ਨਿਕਲ ਗਿਆ ਉਹਦਾ ਟਾਈਮ, ਦੈਟਸ ਆਲ। ਤਾਂ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਬਚਾਓ, ਦਿਸ ਵੇ ਔਰ ਦੈਟ ਵੇ। ਵੱਧ ਤੋਂ ਵੱਧ ਟਾਈਮ ਜਿਹੜਾ ਹੈ ਉਹ ਪਰਮੇਸ਼ਵਰ ਦੇ ਨਾਲ ਗੁਜ਼ਾਰੋ, ਔਰ ਜਿਹੜਾ ਆ ਸੁਸਾਈਡ ਤੋਂ ਬਚੋ। ਇਸ ਚੀਜ਼ ਦੇ ਬਾਰੇ ਸੋਚੋ ਨਾ। ਇਹ ਜਿਹੜੀ ਜ਼ਿੰਦਗੀ ਹੈ ਨਾ, ਤੁਹਾਡੇ ਕੋਲ ਪੂਰੀ ਜਾਇਦਾਦ ਵੀ ਤੁਸੀਂ ਵੇਚ ਲਵੋ, ਇੱਕ ਵਾਰੀ ਇਹ ਖਤਮ ਹੋ ਗਈ ਤੇ ਮੁੜ ਕੇ ਨਹੀਂ ਜੇ ਮਿਲ। ਔਰ ਇਹ ਜ਼ਿੰਦਗੀ ਬੜੀ ਖੂਬਸੂਰਤ ਆ, ਇਹਦੇ ਚ ਕਿੰਨੇ ਰੰਗ ਆ, ਕਿੰਨੇ ਤੁਹਾਡੇ ਕੋਲ ਦੋਸਤ ਮਿੱਤਰ ਆ, ਭੈਣ ਭਰਾ ਆ। ਔਰ ਇੱਕ ਗੱਲ ਤੁਹਾਨੂੰ ਦੱਸਾਂ ਕਿ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸੁਸਾਈਡ ਕਰੋਗੇ, ਔਰ ਜੇ ਤੁਸੀਂ ਸੁਸਾਈਡ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪਾਪਾਂ ਦਾ ਪਛਤਾਤਾਪ ਕਰੋ, ਔਰ ਤੁਸੀਂ ਗੁਨਾਹਾਂ ਦੀ ਮਾਫੀ ਵੀ ਮੰਗ ਲਓ, ਔਰ ਤੁਸੀਂ ਪ੍ਰਾਰਥਨਾ ਵੀ ਕਰ ਲਓ ਕਿ ਪ੍ਰਭੂ ਮੇਰਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਏ, ਔਰ ਫਿਰ ਤੁਸੀਂ ਸੁਸਾਈਡ ਕਰ ਲਓ, ਤਾਂ ਆਮ ਟੈਲਿੰਗ ਯੂ ਕਿ ਤੁਸੀਂ ਸਵਰਗ ਨੂੰ ਨਹੀਂ ਜਾਓਗੇ। ਕਿਉਂਕਿ ਬਾਈਬਲ ਦੇ ਵਿੱਚ ਇਦਾਂ ਦਾ ਕੁਝ ਨਹੀਂ ਲਿਖਿਆ, ਪਵਿੱਤਰ ਬਾਣੀ ਦੇ ਵਿੱਚ ਇਦਾਂ ਦਾ ਕੁਝ ਨਹੀਂ ਲਿਖਿਆ ਕਿ ਕੋਈ ਮਨੁੱਖ, ਕਿਉਂਕਿ ਸਾਡੀ ਜ਼ਿੰਦਗੀ ਦੇ ਉੱਤੇ ਸਾਡਾ ਅਧਿਕਾਰ ਨਹੀਂ ਹੈ। ਇਹ ਜ਼ਿੰਦਗੀ ਸਾਨੂੰ ਇੱਕ ਜਿਹੜੀ ਆ ਨਾ ਅਮਾਨਤ ਦਿੱਤੀ ਗਈ ਆ, ਇਹਨੂੰ ਸੰਭਾਲਣਾ ਤੇ ਇਹਦਾ ਸਹੀ ਇਸਤੇਮਾਲ ਕਰਨਾ ਸਾਡਾ ਫਰਜ਼ ਬਣਦਾ ਹੈ। ਇਸ ਲਈ ਇਹ ਮਤ ਭਰਮ ਕਰੋ ਕਿ ਤੁਸੀਂ ਜੀ ਪ੍ਰਾਰਥਨਾ ਕਰਕੇ ਜ਼ਹਿਰ ਪੀ ਲਓਗੇ ਆਪਣੀਆਂ ਸਿਚੁਏਸ਼ਨਸ ਤੋਂ ਆਜ਼ਾਦ ਹੋਣ ਦੇ ਲਈ ਤੇ ਤੁਸੀਂ ਸਵਰਗ ਨੂੰ ਚਲ ਜਾਓਗੇ, ਤੇ ਸਵਰਗ ਨੂੰ ਨਹੀਂ ਜੇ ਚਾਹ ਹੋਣਾ। ਇਦਾਂ ਸਵਰਗ ਨੂੰ ਜਾਣਾ ਆ ਤੇ ਫਿਰ ਸਾਨੂੰ ਇਹ ਜ਼ਿੰਦਗੀ ਦੀ ਲੜਾਈ ਲੜਨੀ ਪੈਣੀ ਹੈ, ਇੱਕ ਸੁਚੱਜੇ ਤਰੀਕੇ ਦੇ ਨਾਲ, ਪੋਜ਼ਿਟਿਵ ਵੇ ਦੇ ਨਾਲ ਲੜਨੀ ਪੈਣੀ ਆ। ਔਰ ਸਾਨੂੰ ਵੱਧ ਤੋਂ ਵੱਧ ਟਾਈਮ ਜਿਹੜਾ ਹੈ ਨਾ ਉਹ ਪਰਮੇਸ਼ਵਰ ਦੇ ਵਚਨ ਦੇ ਉੱਤੇ, ਪਰਮੇਸ਼ਵਰ ਦੀ ਬਾਣੀ ਦੇ ਉੱਤੇ ਮੈਡੀਟੇਟ ਕਰੋ। ਉਹ ਤੁਹਾਨੂੰ ਬਹੁਤ ਰਿਲੈਕਸ ਕਰਦਾ ਹੈ। ਤੁਹਾਨੂੰ ਜਿੰਨਾ ਰਿਲੈਕਸ ਪਰਮੇਸ਼ਵਰ ਦੀ ਬਾਣੀ ਕਰਦੀ ਨਾ, ਤੁਹਾਨੂੰ ਹੋਰ ਕੋਈ ਪ੍ਰੋਗਰਾਮ ਨਹੀਂ ਕਰ ਸਕਦਾ, ਕੋਈ ਬੰਦਾ ਨਹੀਂ ਤੁਹਾਨੂੰ ਕਰ ਸਕਦਾ। ਸਿਰਫ ਪਰਮੇਸ਼ਵਰ ਦੀ ਬਾਣੀ, ਪਰਮੇਸ਼ਵਰ ਦੀ ਊਰਜਾ ਜਿਹੜੀ ਆ ਨਾ ਉਹ ਸਾਨੂੰ ਰਿਲੈਕਸ ਕਰਦੀ ਆ, ਔਰ ਉਹੀ ਇਹ ਸਾਰੀਆਂ ਉਹ ਜਿਹੜੀਆਂ ਘਬਰਾਹਟ ਦੀਆਂ ਸੋਚਾਂ, ਡਿਪਰੈਸ਼ਨ, ਸਾਰਾ ਸਟ੍ਰੈਸ ਜਿਹੜਾ ਆ ਉਹਨੂੰ ਇਹੀ ਖਤਮ ਕਰ ਸਕਦੀ ਆ। ਤੇ ਇਸ ਲਈ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਪਲੀਜ਼, ਕਿ ਆਉਣ ਵਾਲਾ ਸਮਾਂ ਬਹੁਤ ਬੁਰਾ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅੱਜ ਤੋਂ ਹੀ ਜਿਹੜਾ ਆ ਨਾ ਤੁਸੀਂ ਨੋਟਿਸ ਕਰ ਲਓ ਕਿ ਅਰਥਕੁਏਕਸ ਕਿੰਨੇ ਸਟਾਰਟ ਹੋ ਗਏ ਆ, ਔਰ ਹਾਲੇ ਤਾਂ ਜਿਹੜੇ ਆ ਬਹੁਤ ਸਾਰੇ ਬਾਕੀ ਆ, ਬਹੁਤ ਸਾਰੇ ਬਾਕੀ ਵੱਡੇ ਵੱਡੇ ਅਰਥਕੁਏਕ ਬਾਕੀ ਆ। ਹਾਲੇ ਤਾਂ ਹੜ੍ਹ ਆਉਣੇ ਆ ਬਹੁਤ, ਪੁਲ ਟੁੱਟਣੇ ਆ ਬਹੁਤ, ਹਾਲੇ ਤਾਂ ਬੱਦਲ ਫਟਣੇ ਆ, ਹਾਲੇ ਤਾਂ ਬਹੁਤ ਕੁਝ ਜਿਹੜਾ ਆ ਨਾ ਹੋਣ ਵਾਲਾ। ਇਹ ਤਾਂ ਇੱਕ ਛੋਟੀ ਜੀ ਚੀਜ਼ ਆ।
ਹੁਣ ਤਾਂ ਪ੍ਰਿਪੇਅਰ ਕਰੋ ਆਪਣੇ ਆਪ ਨੂੰ ਕਿ ਉਹ ਜਿਹੜੀਆਂ ਵੱਡੀਆਂ ਚੀਜ਼ਾਂ ਹੋਣੀਆਂ ਅਸੀਂ ਉਹਨਾਂ ਨੂੰ ਕਿੱਦਾਂ ਫੇਸ ਕਰਨਾ, ਔਰ ਉਹਨਾਂ ਦੇ ਵਿੱਚੋਂ ਦੀ ਅਸੀਂ ਆਪਣੇ ਆਪ ਨੂੰ ਕਿੱਦਾਂ ਜਿਹੜਾ ਹੈ ਨਾ ਆਤਮਿਕ ਤੌਰ ਤੇ ਅਸੀਂ ਕਿੱਦਾਂ ਜਿਹੜਾ ਆ ਉਹ ਮਜ਼ਬੂਤ ਰਹਿਣਾ ਹੈ। ਤੇ ਉਹਨਾਂ ਚੀਜ਼ਾਂ ਦੇ ਲਈ ਪ੍ਰਿਪੇਅਰ ਹੋਵੋ। ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਨਾ ਉਹ ਉਦਾਸ ਨਾ ਹੋਵੋ। ਅਗਰ ਤੁਹਾਡੇ ਮਨ ਦੇ ਵਿੱਚ ਕੋਈ ਜਿਹੜਾ ਆ ਕਿਸੇ ਵੀ ਤਰੀਕੇ ਦਾ ਵਿਚਾਰ ਆਉਂਦਾ ਆ ਜਿਹੜਾ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ, ਤਾਂ ਆਪਣੇ ਕਿਸੇ ਫਰੈਂਡ ਦੇ ਨਾਲ ਉਹਨੂੰ ਸ਼ੇਅਰ ਕਰੋ, ਜ਼ਰੂਰ ਸ਼ੇਅਰ ਕਰੋ। ਅਗਰ ਤੁਹਾਨੂੰ ਲੱਗਦਾ ਕਿ ਕੋਈ ਇਹੋ ਜਿਹਾ ਤੁਹਾਡੇ ਕੋਲ ਫਰੈਂਡ ਹੀ ਹੈ ਨਹੀਂਗਾ ਜਿਹਦੇ ਨਾਲ ਤੁਸੀਂ ਸ਼ੇਅਰ ਨਹੀਂ ਕਰ ਸਕਦੇ, ਤਾਂ ਉਹਨੂੰ ਤੁਸੀਂ ਪਰਮੇਸ਼ਵਰ ਜੀ ਦੇ ਨਾਲ ਸ਼ੇਅਰ ਕਰੋ। ਜ਼ਰੂਰ ਤੁਸੀਂ ਪਰਮੇਸ਼ਵਰ ਦੇ ਨਾਲ ਉਸ ਚੀਜ਼ ਨੂੰ ਸ਼ੇਅਰ ਕਰੋ ਕਿ ਪ੍ਰਭੂ ਜੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਵਾਲੀ ਪ੍ਰੋਬਲਮ ਆ, ਤੇ ਪ੍ਰਭੂ ਕੋਈ ਹੋਰ ਸੁਣਨ ਵਾਲਾ ਨਹੀਂ ਹੈਗਾ, ਨਾ ਮੈਨੂੰ ਕੋਈ ਸਲਾਹ ਦੇਣ ਵਾਲਾ ਹੈ, ਪਰ ਪਿਤਾ ਪਰਮੇਸ਼ਵਰ ਤੁਹਾਡਾ ਪੁੱਤਰ ਯਿਸੂ ਮੇਰਾ ਸੱਚਾ ਮਿੱਤਰ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਮੈਂ ਤੁਹਾਨੂੰ ਦਾਸ ਨਹੀਂ ਆਖੂੰਗਾ ਪਰ ਮੈਂ ਤੁਹਾਨੂੰ ਮਿੱਤਰ ਆਖੂੰਗਾ। ਤਾਂ ਹੀ ਇਜ਼ ਯੋਰ ਫਰੈਂਡ, ਹੀ ਇਜ਼ ਮਾਈ ਬੈਸਟ ਫਰੈਂਡ। ਤਾਂ ਤੁਸੀਂ ਉਹਦੇ ਨਾਲ ਜਿਹੜਾ ਆ ਆਪਣਾ ਹਰੇਕ ਦੁੱਖ ਸੁੱਖ ਜਿਹੜਾ ਹੈ ਨਾ ਉਹ ਸ਼ੇਅਰ ਕਰ ਸਕਦੇ ਆ। ਤਾਂ ਤੁਸੀਂ ਕਹਿਣ ਦਾ ਭਾਵ ਚਾਹੇ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਕਰੋ, ਚਾਹੇ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਕਰੋ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ। ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਤੁਸੀਂ ਜਿਹੜਾ ਹੈ ਨਾ ਆਪਣੇ ਆਪ ਨੂੰ ਰਿਲੈਕਸ ਫੀਲ ਕਰੋਗੇ, ਕਿਸੇ ਵੀ ਡਿਪਰੈਸ਼ਨ ਨੂੰ ਆਪਣੇ ਉੱਤੇ ਭਾਰੀ ਨਾ ਹੋਣ ਦਿਓ। ਇਹ ਹੈਗਾ ਸੁਸਾਈਡ ਤੋਂ ਬਚਣ ਦੇ ਲਈ। ਦੂਜੀ ਚੀਜ਼ ਜਿਹੜੀ ਆ ਉਹ ਤਾਂ ਗਵਰਨਮੈਂਟ ਨੇ ਆਪਾਂ ਨੂੰ ਬਹੁਤ ਪ੍ਰੀਕਾਸ਼ਨਸ ਦਿੱਤੇ ਆ ਆਲਰੇਡੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਹੱਥ ਧੋਵੋ, ਕਿਸੇ ਚੀਜ਼ ਨੂੰ ਟੱਚ ਨਾ ਕਰੋ, ਕਰਾਊਡ ਦੇ ਵਿੱਚ ਨਾ ਜਾਓ। ਤੇ ਉਹਨਾਂ ਇਨਸਟਰਕਸ਼ਨਸ ਨੂੰ ਵੀ ਸਾਨੂੰ ਫੋਲੋ ਕਰਨਾ ਚਾਹੀਦਾ। ਕੁਝ ਲੋਕੀ ਹੈਗੇ ਆ ਜਿਹੜੇ ਕਹਿੰਦੇ ਜੀ ਜੇ ਤੁਸੀਂ ਪਰਮੇਸ਼ਵਰ ਨੂੰ ਮੰਨਦੇ ਆ ਤੇ ਫਿਰ ਇਦਾਂ। ਪਰਮੇਸ਼ਵਰ ਨੇ ਇੱਕ ਦਿਮਾਗ ਨਾਮ ਦਾ ਪੁਰਜਾ ਆਪਣੇ ਅੰਦਰ ਪਾਇਆ ਆ। ਉਹ ਖੇਡਣ ਨੂੰ ਨਹੀਂ ਪਾਇਆ, ਉਹ ਵਰਤਣ ਨੂੰ ਪਾਇਆ ਆ। ਔਰ ਜੇ ਬੰਦਾ ਉਸ ਪੁਰਜੇ ਨੂੰ ਨਾ ਵਰਤੇ ਤੇ ਫਿਰ ਰੱਬ ਨੂੰ ਦੋਸ਼ ਦੇਵੇ ਕਿ ਪ੍ਰਭੂ ਮੈਂ ਤੇ ਤੇਰੇ ਤੇ ਭਰੋਸਾ ਰੱਖਿਆ ਸੀ, ਤੇ ਉਹਨੇ ਕਹਿਣਾ ਵੀ ਇਹ ਜੇ ਅੱਖਾਂ ਤੈਨੂੰ ਵੇਖਣ ਨੂੰ ਪਾਈਆਂ ਆ, ਮੂੰਹ ਤੈਨੂੰ ਖਾਣ ਨੂੰ ਦਿੱਤਾ ਆ, ਹੱਥ ਤੈਨੂੰ ਜਿਹੜੇ ਕੰਮ ਕਰਨ ਨੂੰ ਦਿੱਤੇ, ਪੈਰ ਤੈਨੂੰ ਤੁਰਨ ਨੂੰ ਦਿੱਤੇ, ਤੇ ਦਿਮਾਗ ਜਿਹੜਾ ਹੈ ਨਾ ਇਹ ਵੀ ਤੈਨੂੰ ਸਹੀ ਤੇ ਗਲਤ ਸੋਚਣ ਨੂੰ ਦਿੱਤਾ ਹੈ। ਤੇ ਇਸ ਲਈ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਤੁਸੀਂ ਇਹੋ ਜਿਹੇ ਕੁਝ ਲੋਕੀ ਨਾ ਜਿਹਨੂੰ ਪੰਜਾਬੀ 'ਚ ਕਹਿੰਦੇ ਵੀ ਪੁੱਛੇ ਹੱਥ ਲਾਉਣਾ, ਕੁਝ ਲੋਕਾਂ ਦਾ ਕੰਮ ਇਹੋ ਜਿਹਾ ਆ ਕਿ ਉਹ ਆਪ ਜਿਹੜਾ ਹੈ ਨਾ ਉਹ ਸਾਰੀਆਂ ਚੀਜ਼ਾਂ ਨੂੰ ਇਨਸਟਰਕਸ਼ਨਸ ਨੂੰ ਫੋਲੋ ਕਰ ਰਹੇ ਹੁੰਦੇ ਆ। ਆਪ ਪੁਲਿਸ ਦੇ ਡੰਡੇ ਤੋਂ ਵੀ ਬੜਾ ਡਰਦੇ, ਤੇ ਦੂਜਿਆਂ ਨੂੰ ਉਹ ਜਿਹੜਾ ਹੈ ਨਾ ਉਹ ਬਹੁਤ ਜਿਹੜਾ ਆ ਉਹ ਉਤਸ਼ਾਹਿਤ ਕਰਦੇ ਆ ਪੁੱਠੇ ਕੰਮ ਕਰਨ ਦੇ ਲਈ ਕਿ ਜਾਓ ਜੀ ਫਿਰ ਤੁਸੀਂ ਕਾਹਦੇ ਰੱਬ ਦੇ ਭਗਤ ਹੋਏ ਜੇ ਤੁਸੀਂ ਇਦਾਂ ਨਾ ਕੀਤਾ, ਉਦਾਂ ਨਾ ਕੀਤਾ, ਫਲਾਣੇ ਨੂੰ ਇਦਾਂ। ਤਾਂ ਇੱਕ ਅਕਲ ਨਾਮ ਦੀ ਚੀਜ਼ ਹੈ, ਇੱਕ ਦਿਮਾਗ ਨਾਮ ਦਾ ਪੁਰਜਾ, ਇਹ ਵਰਤਣ ਦੇ ਨਾਲ ਘਸਦਾ ਨਹੀਂ ਆ ਪਰ ਲਿਸ਼ਕਦਾ ਆ। ਅਰੇ ਜਿੰਨਾ ਵਰਤੋਗੇ ਨਾ ਇਹ ਓਨਾ ਲਿਸ਼ਕਦਾ ਜਾਣਾ, ਔਰ ਜਿੰਨਾ ਲਿਸ਼ਕੂਗਾ ਇਹਦੀ ਕਦਰ ਵੱਧਦੀ ਜਾਣੀ। ਇਸ ਲਈ ਇਹਨੂੰ ਵਰਤਣਾ ਜਿਹੜਾ ਹੈ ਨਾ ਉਹ ਬਹੁਤ ਜ਼ਰੂਰੀ ਹੈ। ਭਾਵ ਕਿ ਤੁਸੀਂ ਕਿਸੇ ਵੀ ਗਲਤ ਸਿੱਖਿਆ ਦੇ ਉੱਤੇ ਜਿਹੜਾ ਹੈ ਨਾ ਉਹ ਮਨ ਨਹੀਂ ਲਾਉਣਾ, ਗਲਤ ਸਿੱਖਿਆ ਦੇ ਵੱਲ ਨੂੰ ਜਿਹੜਾ ਹੈ ਨਾ ਉਹ ਨਹੀਂ ਜਾਣਾ। ਤੁਸੀਂ ਕੋਈ ਵੀ ਚੀਜ਼ ਆ ਉਹਨੂੰ ਬਾਈਬਲ ਦੇ ਨਾਲ ਜਿਹੜਾ ਹੈ ਨਾ ਉਹਨੂੰ ਮੈਚ ਕਰੋ, ਔਰ ਬਾਈਬਲ ਦੇ ਆਧਾਰ ਤੇ, ਭਾਵ ਵਚਨ ਦੇ ਆਧਾਰ ਤੇ, ਬਾਣੀ ਦੇ ਆਧਾਰ ਤੇ, ਪਰਮੇਸ਼ਵਰ ਦੀ ਸਿੱਖਿਆ ਦੇ ਆਧਾਰ ਤੇ ਉਹਨੂੰ ਜਿਹੜਾ ਆ ਉਹਨੂੰ ਸੋਚੋ ਸਮਝੋ, ਔਰ ਜਿੱਦਾਂ ਬਾਣੀ ਸਾਨੂੰ ਦੱਸਦੀ ਆ ਉਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਥਰਡ ਚੀਜ਼ ਵਿਚਾਰ। ਹੁਣ ਲੋਕੀ ਵਿਹਲੇ ਆ, ਮੋਬਾਈਲ ਜਿਹੜੇ ਆ ਨਾ ਵੈਰੀ ਨੇ ਇਦਾਂ ਦਾ ਸੋਰਸ ਬਣਾ ਦਿੱਤਾ ਆ ਕਿ ਨਿਆਣਿਆਂ ਦੇ ਹੱਥਾਂ ਦੇ ਵਿੱਚ ਵੀ ਆ ਗਏ ਆ ਮੋਬਾਈਲਸ, ਕਲਾਸਿਸ ਲਾਉਣ ਦੇ ਭੱਜ ਦੇ ਨਾਲ, ਸਕੂਲ ਦੇ ਹੋਮਵਰਕ ਕਰਨ ਦੇ ਭੱਜ ਨਾਲ, ਤੇ ਤੁਸੀਂ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਉਹ ਦਿੰਨੇ ਆ। ਔਰ ਇੰਟਰਨੈਟ ਯੂਜ਼ ਕਰਨਾ ਤੁਸੀਂ ਖੁਦ ਸਿਖਾਉਣੇ ਬੱਚਿਆਂ ਨੂੰ। ਔਰ ਇਸ ਵੇਲੇ ਉਹ ਜ਼ਰੂਰਤ ਵੀ ਬਣ ਗਈ ਆ ਬੱਚਿਆਂ ਦੀ। ਮੈਂ ਉਸ ਚੀਜ਼ ਦੇ ਖਿਲਾਫ ਦੇ ਵਿੱਚ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਹੋਮਵਰਕ ਦੇ ਲਈ ਮੋਬਾਈਲਸ ਨਾ ਦਿਓ, ਪਰ ਵੈਰੀ ਨੇ ਕਿਹੋ ਜਿਹਾ ਮਤਲਬ ਹਾਲਾਤ ਬਣਾ ਦਿੱਤੇ ਆ ਕਿ ਅਸੀਂ ਹੱਥੀਂ ਉਹ ਸਾਰੇ ਕੰਮ ਜਿਹੜੇ ਅਸੀਂ ਨਹੀਂ ਚਾਹੁੰਦੇ ਨਾ, ਕਿ ਅਸੀਂ ਸੋਚਦੇ ਕਿ ਹਾਲੇ ਸਾਡੇ ਬੱਚੇ ਛੋਟੇ ਆ, ਹਾਲੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਜਿਹੜਾ ਨਹੀਂ ਹੋਣਾ ਚਾਹੀਦਾ, ਜਾਂ ਹਾਲੇ ਉਹਨਾਂ ਦੀਆਂ ਅੱਖਾਂ ਤੇ ਇਹਦਾ ਬੜਾ ਅਸਰ ਹੋਊਗਾ ਜਾਂ ਕੁਛ। ਤੇ ਮਤਲਬ ਉਹ ਸਾਰਾ ਦਿਨ ਬੱਚੇ ਜਿਹੜੇ ਆ ਉਹਨਾਂ ਨੂੰ ਹੋਮਵਰਕ ਜਿਹੜੇ ਆ ਕਿੱਦਾਂ ਉਹਨਾਂ ਨੇ ਪ੍ਰੋਜੈਕਟ ਬਣਾਉਣੇ, ਤੇ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਕਿ ਤੁਸੀਂ YouTube ਤੇ ਜਾਓ, ਤੁਸੀਂ Google ਤੇ ਜਾਓ, ਤੁਸੀਂ ਸਰਚ ਕਰੋ ਫਲਾਨ ਟਮਕਾਨ, ਤੇ ਮਤਲਬ ਕਈ ਕੁਛ। ਤਾਂ ਉਹ ਬੱਚੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਚੀਜ਼ ਆ ਜਿਹੜੀ ਤੁਸੀਂ ਨਹੀਂ ਪਾਈ, ਤੁਸੀਂ ਨਹੀਂ ਸਿਖਾਈ, ਉਹਨਾਂ ਨੇ ਕਿਸੇ ਕੋਲੋਂ ਸੁਣ ਕੇ ਨਹੀਂ ਸਿੱਖੀ, ਪਰ ਉਹਨਾਂ ਦੇ ਅੰਦਰੋਂ ਇੱਕ ਚੀਜ਼ ਆ ਜਿਹੜੀ ਵੈਰੀ ਨੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਆ ਕਿ ਤੂੰ ਫਲਾਨੀ ਚੀਜ਼ ਜਿਹੜੀ ਆ ਨਾ ਉਹ ਸਰਚ ਕਰ। ਤਾਂ ਮਤਲਬ ਅੱਜ ਕੱਲ ਘਰ ਘਰ ਨੌਨਸੈਂਸ ਚੀਜ਼ਾਂ ਦੇਖੀਆਂ ਜਾ ਰਹੀਆਂ ਆ, ਟੈਲੀਵਿਜ਼ਨ ਦੇ ਉੱਤੇ, ਗਾਣਿਆਂ ਦੇ ਵਿੱਚ, ਮੋਬਾਈਲਸ ਦੇ ਉੱਤੇ। ਤਾਂ ਉਹ ਚੀਜ਼ਾਂ ਤੁਹਾਡੀ ਉਤੇਜਨਾ ਨੂੰ ਬਹੁਤ ਵਧਾ ਦਿੰਦੀਆਂ ਆ। ਹਾਂ, ਚੰਗੇ ਕੰਮ ਦੀ ਉਤੇਜਨਾ ਹੋਏ, ਉਹ ਡਿਪੈਂਡ ਕਰਦਾ ਕਿ ਤੁਸੀਂ ਦੇਖ ਕੀ ਰਹੇ ਆ। ਹੋ ਸਕਦਾ ਕਿ
ਜੇ ਤਾਂ ਤੁਸੀਂ ਪਰਮੇਸ਼ਵਰ ਦੀ ਬਾਣੀ ਦੇ ਨਾਲ ਰਿਲੇਟਡ ਆ ਤਾਂ ਤੁਹਾਡੇ ਅੰਦਰ ਉਤੇਜਨਾ ਆਏਗੀ ਕਿ ਮੈਂ ਵੀ ਵੱਧ ਤੋਂ ਵੱਧ ਜਿਹੜਾ ਆ ਨਾ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਾ, ਮੈਂ ਵੱਧ ਤੋਂ ਵੱਧ ਜਿਹੜਾ ਆ ਪਰਮੇਸ਼ਵਰ ਦੇ ਨਾਲ ਸਮਾਂ ਬਤੀਤ ਕਰਾਂ, ਔਰ ਵੱਧ ਤੋਂ ਵੱਧ ਮੈਂ ਵਚਨ ਦੇ ਵਿੱਚੋਂ ਸਿੱਖਾਂ, ਬਾਣੀ ਦੇ ਵਿੱਚੋਂ ਸਿੱਖਾਂ, ਪਰਮੇਸ਼ਵਰ ਦੀ ਬਾਣੀ ਚੋਂ, ਤੇ ਆਪਣੀ ਰਿਲੇਸ਼ਨਸ਼ਿਪ ਨੂੰ ਪਰਮੇਸ਼ਵਰ ਦੇ ਕਲੋਜ਼ ਕਰਾਂ, ਤੇ ਕਿੱਦਾਂ ਮੈਂ ਪਰਮੇਸ਼ਵਰ ਦੇ ਨੇੜੇ ਜਾ ਸਕਦਾ ਹਾਂ। ਪਰ ਜੇ ਤੁਸੀਂ ਨੌਨਸੈਂਸ ਚੀਜ਼ਾਂ ਦੇਖੋਗੇ, ਤੁਸੀਂ ਖਰਾਬ ਚੀਜ਼ਾਂ ਦੇਖੋਗੇ, ਤਾਂ ਫਿਰ ਤੁਸੀਂ ਕੀ ਦੇਖੋਗੇ? ਉਹੀ ਚੀਜ਼ਾਂ, ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਲਈ ਤੁਸੀਂ ਉਤੇਜਿਤ ਹੋਵੋਗੇ। ਔਰ ਇਸ ਵੇਲੇ ਮਤਲਬ ਬਹੁਤ ਥੋੜੇ ਲੋਕ ਆ ਜਿਹੜੇ ਪਰਮੇਸ਼ਵਰ ਦੇ ਨਾਲ ਜੁੜਨ ਦਾ ਜਿਹੜਾ ਆ ਉਹ ਸੋਰਸ ਬਣਾਇਆ ਉਹਨਾਂ ਨੇ, ਇੰਟਰਨੈਟ ਨੂੰ, ਮੋਬਾਈਲਸ ਨੂੰ, ਲੈਪਟਾਪ ਨੂੰ ਜਾਂ ਟੈਲੀਵਿਜ਼ਨ ਨੂੰ। ਇਸ ਵੇਲੇ ਵੈਰੀ ਨੇ ਇਹਨੂੰ ਆਪਣਾ ਜਿਹੜਾ ਨਾ ਪ੍ਰੋਪਰ ਐਂਡ ਟਰੈਪ ਬਣਾਇਆ ਹੈ, ਜਾਲ ਵਿਛਾਇਆ ਹੋਇਆ ਉਹਨੇ। ਇਸ ਜਾਲ ਦੇ ਵਿੱਚੋਂ ਬਚਣ ਦੀ ਜ਼ਰੂਰਤ ਆ। ਤਾਂ ਮਤਲਬ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਆਉਂਦਾ ਨਾ, ਤੁਹਾਡੀ ਆਪਣੀ ਸਿਸਟਰ ਬਾਰੇ ਹੋ ਸਕਦਾ, ਤੁਹਾਡੀ ਸਿਸਟਰ ਇਨ ਲਾਅ ਦੇ ਬਾਰੇ ਹੋ ਸਕਦਾ, ਬ੍ਰਦਰ ਇਨ ਲਾਅ ਦੇ ਬਾਰੇ ਹੋ ਸਕਦਾ ਆ, ਤੁਹਾਡੇ ਆਪਣੇ ਬ੍ਰਦਰ ਦੇ ਲਈ ਹੋ ਸਕਦਾ ਆ, ਤੁਹਾਡੇ ਆਪਣੇ ਬੱਚਿਆਂ ਦੇ ਲਈ ਹੋ ਸਕਦਾ, ਆਪਣੇ ਗੁਆਂਢੀਆਂ ਦੇ ਲਈ ਹੋ ਸਕਦਾ। ਮੈਨੂੰ ਨਹੀਂ ਪਤਾ ਕਿ ਕਿੱਥੇ ਕਿੱਥੇ ਉਹ ਹੋ ਸਕਦਾ ਹੈ, ਕਿਉਂਕਿ ਵੈਰੀ ਕੀ ਕਰ ਸਕਦਾ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ, ਉਹ ਕਿੱਦਾਂ ਤੁਹਾਨੂੰ ਜਿਹੜਾ ਉਤਸੁਕਤ ਕਰ ਸਕਦਾ ਆ। ਤਾਂ ਮਤਲਬ ਤੁਸੀਂ ਉਸ ਵੇਲੇ ਜਦੋਂ ਹੀ ਉਹ ਸਟਾਰਟਿੰਗ ਹੀ ਆਉਂਦੀ ਨਾ, ਸਟਾਰਟਿੰਗ, ਉਦੋਂ ਹੀ ਤੁਸੀਂ ਉਹਦੇ ਤੋਂ ਬਚੋ, ਉਦੋਂ ਹੀ ਉਤੋਂ ਭੱਜੋ, ਔਰ ਉਦੋਂ ਹੀ ਪਰਮੇਸ਼ਵਰ ਦੀ ਹਜ਼ੂਰੀ ਚ ਆਓ ਕਿ ਪ੍ਰਭੂ ਨਹੀਂ, ਮੈਂ ਇਹ ਪਾਪ ਨਹੀਂ ਕਰਨਾ, ਪ੍ਰਭੂ ਮੈਂ ਇਹ ਪਾਪ ਨਹੀਂ ਕਰਨਾ ਚਾਹੁੰਦਾ, ਮੇਰੀ ਮਦਦ ਕਰੋ, ਮੇਰੀ ਮਦਦ ਕਰੋ, ਮੇਰੀ ਮਦਦ ਕਰੋ, ਮੇਰੀ ਮਦਦ ਕਰੋ। ਔਰ ਪਰਮੇਸ਼ਵਰ ਦੇ ਅੱਗੇ ਚਿल्लाओ, ਪਰਮੇਸ਼ਵਰ ਦੇ ਅੱਗੇ ਰੋਵੋ, ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ, ਕੁਝ ਵੀ ਕਰੋ, ਪਰ ਆਪਣੇ ਆਪ ਨੂੰ ਇਸ ਪਾਪ ਤੋਂ ਬਚਾਓ। ਔਰ ਆਪਣੇ ਘਰਾਂ ਦੇ ਵਿੱਚ ਪ੍ਰਾਰਥਨਾ ਕਰੋ, ਆਪਣੇ ਘਰਾਂ ਨੂੰ ਸੁਰੱਖਿਅਤ ਕਰੋ ਪ੍ਰਾਰਥਨਾ ਦੇ ਨਾਲ, ਪਰਮੇਸ਼ਵਰ ਦੀ ਪ੍ਰੋਟੈਕਸ਼ਨ ਦੇ ਵਿੱਚ ਲਓ, ਆਪਣੇ ਘਰਾਂ ਨੂੰ ਪਰਮੇਸ਼ਵਰ ਦੀ ਪ੍ਰੋਟੈਕਸ਼ਨ ਦੇ ਵਿੱਚ ਲਓ, ਆਪਣੀ ਫੈਮਿਲੀ ਨੂੰ ਪਰਮੇਸ਼ਵਰ ਦੀ ਪ੍ਰੋਟੈਕਸ਼ਨ ਦੇ ਵਿੱਚ ਲਓ, ਪ੍ਰਭੂ ਦੇ ਲਹੂ ਦੇ ਵਿੱਚ ਆਪਣੇ ਬੱਚਿਆਂ ਨੂੰ ਕਵਰ ਕਰੋ, ਆਪਣੀ ਫੈਮਿਲੀ ਨੂੰ ਕਵਰ ਕਰੋ, ਆਪਣੀਆਂ ਸੋਚਾਂ ਨੂੰ ਕਵਰ ਕਰੋ। ਐਵਰੀ ਪਰਸਨ ਜਿਹੜਾ ਹੈ, ਹਰੇਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਆਪਣੀਆਂ ਸੋਚਾਂ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇਵੇ ਕਿ ਹੇ ਪਿਤਾ ਪਰਮੇਸ਼ਵਰ, ਮੇਰੀਆਂ ਸੋਚਾਂ ਦੀ ਰਾਖੀ ਕਰੋ, ਮੈਂ ਭਰਮਾਇਆ ਨਾ ਜਾਵਾਂ, ਮੈਂ ਉਕਸਾਇਆ ਨਾ ਜਾਵਾਂ, ਮੈਂ ਸਹੀ ਰਾਹ ਤੋਂ ਫਿਰ ਨਾ ਜਾਵਾਂ। ਪ੍ਰਭੂ ਤੁਸੀਂ ਮੇਰੀ ਮਦਦ ਕਰ ਸਕਦੇ ਹੋ। ਤਾਂ ਇਹ ਕਰਨਾ ਬਹੁਤ ਜ਼ਰੂਰੀ ਆ। ਅਗਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੜੇ ਰਹਿਣਾ ਚਾਹੁੰਦੇ ਔਰ ਸਹੀ ਤਰੀਕੇ ਦੇ ਨਾਲ ਖੜੇ ਰਹਿਣਾ ਚਾਹੁੰਦੇ ਤਾਂ ਫਿਰ ਆਪਾਂ ਨੂੰ ਇਹ ਜੰਗ ਲੜਨੀ ਪੈਣੀ ਆ। ਔਰ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ। ਆਉਣ ਵਾਲੇ ਸਮੇਂ ਦੇ ਵਿੱਚ ਸੁਸਾਈਡ ਬਹੁਤ ਜ਼ਿਆਦਾ ਵੱਧ ਜਾਣੇ ਆ, ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਣੀਆਂ ਆ, ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਜਿਹੜਾ ਆ ਉਹ ਬਹੁਤ ਜ਼ੋਰਾਂ ਸ਼ੋਰਾਂ ਤੇ ਵੱਧ ਜਾਣਾ ਆ। ਔਰ ਇਸ ਚੀਜ਼ ਨੂੰ ਜਿਹੜਾ ਆ ਨਾ ਉਹ ਲੀਗਲ ਡਿਕਲੇਅਰ ਕਰ ਦਿੱਤਾ ਗਿਆ ਆ, ਹੱਦ ਨਾਲੋਂ ਵੱਧ ਤੇ ਜਿਹੜਾ ਰਹਿੰਦਾ ਨਾ ਉਹ ਕਰ ਦਿੱਤਾ ਜਾਣਾ ਹੈ। ਪਰ ਆਪਾਂ ਨੂੰ ਹੀ ਆਪਣੇ ਆਤਮਾ ਦੀ ਰਾਖੀ ਕਰਨੀ ਪੈਣੀ ਆ। ਇਸ ਲਈ ਸਾਨੂੰ ਅਸੀਂ ਇੰਨੇ ਜ਼ੋਰਾਵਰ ਤੇ ਹੈ ਨਹੀਂ ਕਿ ਅਸੀਂ ਆਪਣੇ ਆਤਮਾ ਦੀ ਰਾਖੀ ਆਪ ਕਰੀਏ। ਔਰ ਜਿਹੜਾ ਕੰਮ ਇਨਸਾਨ ਨਹੀਂ ਕਰ ਸਕਦਾ, ਵਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਜੋ ਮਨੁੱਖਾਂ ਤੋਂ ਅਣਹੋਣਾ ਹੈ ਉਹ ਪਰਮੇਸ਼ਵਰ ਤੋਂ ਹੋ ਸਕਦਾ। ਤੇ ਇਸ ਲਈ ਉਹ ਚੀਜ਼ਾਂ ਜਿਹੜੀਆਂ ਤੁਹਾਤੋਂ ਨਹੀਂ ਹੋ ਸਕਦੀਆਂ ਸਬਮਿਟ ਕਰੋ ਪਰਮੇਸ਼ਵਰ ਦੇ ਅੱਗੇ ਕਿ ਪ੍ਰਭੂ ਮੈਂ ਆਹ ਕੰਮ ਕਰਨਾ ਚਾਹੁੰਦਾ ਪਰ ਮੇਰੇ ਵੱਸੋਂ ਬਾਹਰ ਆ, ਮੇਰੀ ਮਦਦ ਕਰੋ। ਔਰ ਜਦੋਂ ਤੁਸੀਂ ਪਰਮੇਸ਼ਵਰ ਦੇ ਅੱਗੇ ਸਬਮਿਟ ਕਰੋਗੇ ਤਾਂ ਪਵਿੱਤਰ ਆਤਮਾ ਦੇ ਵਸੀਲੇ ਪਰਮੇਸ਼ਵਰ ਜੀ ਤੁਹਾਡੀ ਮਦਦ ਕਰਨਗੇ। ਅੱਜ ਮੇਰਾ ਲਾਈਵ ਹੋਣ ਦਾ ਇਹੀ ਮਕਸਦ ਸੀਗਾ ਕਿ ਪਲੀਜ਼ ਅਗਰ ਆਉਣ ਵਾਲੇ ਭਿਆਨਕ ਸਮੇਂ ਦੇ ਵਿੱਚ ਅਸੀਂ ਇਸ ਲੜਾਈ ਨੂੰ ਜਿੱਤ ਜਾਈਏ ਤਾਂ ਅਸੀਂ ਇੱਕ ਨਵਾਂ ਜਿਹੜਾ ਆ ਨਾ ਨਵਾਂ ਚਾਨਣ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਦੇਖਣ ਵਾਲੇ। ਨਵਾਂ ਚਾਨਣ ਦਾ ਮਤਲਬ ਅਸੀਂ ਇੱਕ ਬਹੁਤ ਵੱਡੀ ਜੰਗ ਜਿਹੜੀ ਉਹ ਜਿੱਤਣ ਵਾਲੇ ਆ। ਉਹਦਾ ਰਿਵਾਰਡ ਜਿਹੜਾ ਆ ਨਾ ਉਹ ਇਹ ਹੈ ਕਿ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਊਗਾ। ਇਸ ਲਈ ਗੁੱਸੇ ਤੋਂ ਬਚੋ, ਡਿਪਰੈਸ਼ਨ ਨੂੰ ਨਾ ਰੱਖੋ। ਬਾਣੀ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ, ਇਹ ਥੱਕੇ ਮੰਨਦੇ ਤੇ ਬੋਝ ਹੇਠਾਂ ਦੱਬਿਓ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ। ਇਸ ਲਈ ਜੇ ਤੁਸੀਂ ਬੋਝ ਹੇਠਾਂ ਦੱਬੇ ਆ, ਥੱਕ ਗਏ ਆ, ਅੱਕ ਗਏ ਆ, ਬਿਮਾਰ ਆ, ਕਮਜ਼ੋਰ ਆ, ਪਰੇਸ਼ਾਨ ਆ, ਸਮੱਸਿਆ 'ਚ ਆ, ਕਰਜ਼ੇ 'ਚ ਆ, ਵਟਐਵਰ ਜੋ ਵੀ ਤੁਹਾਡੀ ਪ੍ਰੋਬਲਮ ਆ, ਸਬਮਿਟ ਟੂ ਦਾ ਲਾਰਡ। ਪਰਮੇਸ਼ਵਰ ਨੂੰ ਉਹ ਦੇ ਦਿਓ, ਪਰਮੇਸ਼ਵਰ ਦੇ ਅੱਗੇ ਰੱਖ ਦਿਓ। ਤਾਂ ਆਪਣੇ ਗੁਨਾਹਾਂ ਨੂੰ ਜਿਹੜਾ ਆ ਨਾ ਉਹ ਮੰਨੋ ਔਰ ਮੰਨ ਕੇ ਛੱਡ ਦਿਓ, ਪਛਤਾਤਾਪ ਕਰੋ, ਦੁਬਾਰਾ ਉਹਨਾਂ ਗੁਨਾਹਾਂ ਦੇ ਵਿੱਚ ਨਾ ਪਵੋ। ਅਗਰ ਤੁਸੀਂ ਵਿਚਾਰ ਦੇ ਵਿੱਚ ਹੈਗੇ ਆ ਤੇ ਫਿਰ ਵੀ ਉਹਦੇ ਵਿੱਚੋਂ ਬਾਹਰ ਨਿਕਲ ਆਓ। ਪਰਮੇਸ਼ਵਰ ਤੁਹਾਨੂੰ ਮਾਫ ਕਰਨ ਦੇ ਲਈ ਤਿਆਰ ਹੈ ਕਿਉਂਕਿ ਉਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ। ਉਹ ਤੁਹਾਨੂੰ ਬਹੁਤ ਪਿਆਰ ਕਰਦਾ। ਉਹਨੇ ਸਾਨੂੰ ਬਚਾਉਣ ਦੇ ਲਈ ਹੀ ਆਪਣੇ ਇਕਲੌਤੇ ਪੁੱਤਰ ਨੂੰ ਇਸ ਜਗਤ ਦੇ ਵਿੱਚ ਭੇਜਿਆ। ਔਰ ਉਸ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਚੱਕਿਆ ਔਰ ਸਲੀਬ ਦੇ ਉੱਤੇ ਕੁਰਬਾਨ ਹੋ ਗਏ। ਸਾਨੂੰ ਜ਼ਰੂਰਤ ਹੈ ਕਿ ਅਸੀਂ ਉਸ ਕੁਰਬਾਨੀ ਨੂੰ ਯਾਦ ਕਰੀਏ, ਅਸੀਂ ਉਸ ਕੁਰਬਾਨੀ ਦੇ ਰਾਹੀਂ ਜਿਹੜੇ ਆ ਉਹ ਬਚਾਏ ਜਾ ਸਕੀਏ। ਸੋ ਪਰਮੇਸ਼ਵਰ ਆਪ ਸਭ ਨੂੰ ਬਹੁਤ ਵੱਡੀ ਆਸ਼ੀਸ਼ ਦੇਣ, ਬਰਕਤ ਦੇਣ। ਪਰਮੇਸ਼ਵਰ ਦੇ ਵਿੱਚ ਬਣੇ ਰਹੋ। ਇਸ ਔਖੀ ਘੜੀ ਦੇ ਵਿੱਚ ਆਪਣੇ ਆਪ ਨੂੰ ਸੰਭਾਲੋ, ਇਸ ਜੰਗ ਨੂੰ ਲੜੋ ਔਰ ਇਸ ਜੰਗ ਦੇ ਵਿੱਚ ਫਤਿਹਮੰਦ ਹੋਵੋ। ਪਰਮੇਸ਼ਵਰ ਤੁਹਾਡੇ ਨਾਲ ਹੋਵੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ
ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।